ਮੈਨੂੰ ਯਾਦ ਹੈ ਕਿ ਜਦੋਂ ਬਚਪਨ ਵਿੱਚ ਮੈਂ ਪੜ੍ਹਦਾ ਸੀ, ਤਾਂ ਮੈਂ ਸੰਖਿਆਵਾਂ ਨੂੰ ਇਸ ਰੂਪ ਦੇ ਵਿੱਚ 1, 2, 3, 4 ਇਸ ਤਰ੍ਹਾਂ ਅੱਗੇ ਚੱਲਦੇ ਜਾਵਾਂਗੇ। ਇਸ ਰੂਪ ਦੇ ਵਿੱਚ ਸੰਖਿਆਵਾਂ ਨੂੰ ਪੜ੍ਹਦਾ ਅਤੇ ਲਿਖਦਾ ਸੀ। ਪਰ ਜਦੋਂ ਮੈਂ ਆਪਣੀ ਕਲਾਸ ਦੇ ਬਾਹਰ ਬੋਰਡ ਲੱਗਿਆ ਦੇਖਿਆ, ਜਿਸ ਦੇ ਉੱਤੇ ਕਲਾਸ ਲਿਖਿਆ ਹੋਇਆ ਸੀ ਜਾਂ ਹੋਰ ਕਲਾਸਾਂ ਦੇ ਬਾਹਰ ਬੋਰਡ ਲੱਗੇ ਦੇਖੇ, ਉੱਤੇ ਲਿਖਿਆ ਹੋਇਆ ਸੀ ਫਸਟ ਸਟੈਂਡਰਡ, ਸੈਕਿੰਡ ਸਟੈਂਡਰਡ, ਜਾਂ ਕਹਿ ਲਓ ਕਿ ਜੇ ਪੰਜਾਬੀ 'ਚ ਲਿਖਿਆ ਹੁੰਦਾ ਸੀ ਤਾਂ ਲਿਖਿਆ ਹੁੰਦਾ ਸੀ ਥਰਡ ਕਲਾਸ, ਫੋਰਥ ਕਲਾਸ ਮਤਲਬ ਕਿ ਆਈ ਤੇ ਵੀ ਪਾ ਕੇ ਫੋਰਥ ਕਲਾਸ। ਤਾਂ ਫਿਰ ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ ਕਿ ਜੇ ਅਸੀਂ ਉਰੇ ਸੈਕਿੰਡ ਕਲਾਸ ਲਿਖਿਆ ਤਾਂ ਅਸੀਂ 2 ਆਈਆਂ ਕਿਉਂ ਪਾਈਆਂ, ਅਸੀਂ ਸਿੱਧਾ ਇਸ ਤਰ੍ਹਾਂ 2 ਕਿਉਂ ਨਹੀਂ ਲਿਖਿਆ। ਤਾਂ ਫਿਰ ਇਸ ਬਾਰੇ ਜਦੋਂ ਮੈਂ ਆਪਣੇ ਅਧਿਆਪਕ ਸਾਹਿਬਾਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਸ ਸੰਖਿਆ ਅੰਕ ਪ੍ਰਣਾਲੀ ਦੇ ਵਿੱਚ ਅਸੀਂ ਹੁਣ ਪੜ੍ਹਦੇ ਪਏ ਹਾਂ, ਅੰਕ ਲਿਖਦੇ ਪਏ ਹਾਂ, ਉਹ ਸਾਡੀ ਹਿੰਦੂ ਅਰਬਿਕ ਸੰਖਿਆ ਪ੍ਰਣਾਲੀ ਹੈ। ਅਤੇ ਜਿਸ ਸੰਖਿਆ ਦੇ ਵਿੱਚ ਕਲਾਸ ਦੇ ਬਾਹਰ ਬੋਰਡ ਲੱਗੇ ਹੋਏ ਨੇ, ਕਲਾਸ ਦੇ ਵੀ ਕਿਹੜੀ ਕਲਾਸ ਹੈ, ਉਹ ਸਾਡੀ ਰੋਮਨ ਸੰਖਿਆ ਅੰਕ ਪ੍ਰਣਾਲੀ ਹੈ। ਤਾਂ ਫਿਰ ਮੈਂ ਆਪਣੇ ਅਧਿਆਪਕ ਸਾਹਿਬਾਨ ਨੂੰ ਫਿਰ ਦੁਬਾਰੇ ਪੁੱਛਿਆ ਕਿ ਅਸੀਂ ਜਦੋਂ ਇੱਕ ਹਿੰਦੂ ਅਰਬਿਕ ਸੰਖਿਆ ਪ੍ਰਣਾਲੀ ਵਿੱਚ ਸੰਖਿਆਵਾਂ ਲਿਖਦੇ ਹਾਂ, ਫਿਰ ਸਾਨੂੰ ਦੂਸਰੀ ਸੰਖਿਆ ਪ੍ਰਣਾਲੀ ਦੀ ਜ਼ਰੂਰਤ ਕਿਉਂ ਪਈ। ਤਾਂ ਮੇਰੇ ਅਧਿਆਪਕ ਸਾਹਿਬਾਨ ਨੇ ਮੈਨੂੰ ਇੱਕ ਉਦਾਹਰਨ ਲੈ ਕੇ ਸਮਝਾਇਆ ਕਿ ਜਿਵੇਂ ਅਸੀਂ ਕਿਸੇ ਮੈਥ ਮਿਊਜ਼ੀਅਮ 'ਚ ਜਾਂਦੇ ਜਾਂ ਕਿਸੇ ਹੋਰ ਨੋਰਮਲ ਮਿਊਜ਼ੀਅਮ 'ਚ ਜਾਂਦੇ ਹਾਂ, ਤਾਂ ਅਸੀਂ ਉੱਥੇ ਡਾਇਨਾਸੌਰ ਵਗੈਰਾ ਦੇ ਮਾਡਲ ਵਗੈਰਾ ਦੇਖਦੇ ਹਾਂ ਕਿ ਜੋ ਹਜ਼ਾਰਾਂ ਸਾਲ ਪਹਿਲਾਂ ਧਰਤੀ 'ਤੇ ਆਏ ਸੀ ਅਤੇ ਅਲੋਪ ਹੋ ਗਏ। ਇਸੇ ਤਰ੍ਹਾਂ ਹੋਰ ਵੀ ਪ੍ਰਜਾਤੀਆਂ ਸੀਗੀਆਂ ਜਿਹੜੀਆਂ ਹੋਰ ਵੀ ਸੱਭਿਅਤਾਵਾਂ ਸੀ ਜਿਹੜੀਆਂ ਧਰਤੀ 'ਤੇ ਆਈਆਂ ਅਤੇ ਸਮੇਂ ਦੇ ਨਾਲ ਕੀ ਉਹ ਅਲੋਪ ਹੋ ਗਈਆਂ, ਖਤਮ ਹੋ ਗਈਆਂ। ਉਸੇ ਤਰ੍ਹਾਂ ਕਿ ਹਿੰਦੂ ਅਰਬਿਕ ਸੰਖਿਆ ਪ੍ਰਣਾਲੀ ਤੋਂ ਪਹਿਲਾਂ ਸਾਡੇ ਕੋਲ ਰੋਮਨ ਸੰਖਿਆ ਅੰਕ ਪ੍ਰਣਾਲੀ ਸੀ, ਜਿਸ ਦੇ ਵਿੱਚ ਜਿਹੜੀਆਂ ਸੰਖਿਆਵਾਂ ਪੜ੍ਹੀਆਂ ਅਤੇ ਲਿਖੀਆਂ ਜਾਂਦੀਆਂ ਸੀ। ਤਾਂ ਇਸ ਲਈ ਸਿਰਫ ਇਸ ਨੂੰ ਸਮਝਣ ਵਾਸਤੇ, ਦੇਖਣ ਵਾਸਤੇ ਜਿਹੜੀ ਹੈ ਕਿ ਰੋਮਨ ਅੰਕ ਸੰਖਿਆ ਪ੍ਰਣਾਲੀ ਜਿਹੜੀ ਹੁਣ ਵੀ ਬਹੁਤ ਜਗ੍ਹਾ 'ਤੇ ਜਿਹੜੀ ਵਰਤੋਂ ਇਹ ਕੀਤੀ ਜਾਂਦੀ ਹੈ। ਤਾਂ ਫਿਰ ਮੇਰੇ ਅਧਿਆਪਕ ਸਾਹਿਬਾਨ ਨੇ ਮੈਨੂੰ ਹੋਰ ਵੀ ਰੋਮਨ ਅੰਕ ਸੰਖਿਆ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਦੇ ਵਿੱਚ ਕੀ ਜਿਵੇਂ ਸਾਡੇ ਕੋਲ ਆਹ ਬਾਕਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜੋ ਰੋਮਨ ਅੰਕ ਸੰਖਿਆ ਪ੍ਰਣਾਲੀ ਦੇ ਵਿੱਚ ਕੀ ਆ, ਅਸੀਂ ਅੰਗਰੇਜ਼ੀ ਦੇ ਅਲਫਾਬੈਟ ਦੇ ਨਾਲ ਕੀ ਆ ਸੰਖਿਆਵਾਂ ਨੂੰ ਦਰਸਾਉਂਦੇ ਹਾਂ। ਜਿਵੇਂ ਅਸੀਂ 1 ਨੂੰ ਆਈ ਦੇ ਨਾਲ ਦਰਸਾਉਂਦੇ ਹਾਂ, 5 ਨੂੰ ਵੀ ਨਾਲ ਲਿਖ ਕੇ ਦਰਸਾਉਂਦੇ ਹਾਂ, 10 ਨੂੰ ਐਕਸ ਨਾਲ ਲਿਖ ਕੇ ਦਰਸਾਉਂਦੇ ਹਾਂ, 50 ਨੂੰ ਐਲ ਨਾਲ, 100 ਨੂੰ ਸੀ ਨਾਲ ਲਿਖ ਕੇ ਦਰਸਾਉਂਦੇ ਹਾਂ, 500 ਨੂੰ ਡੀ ਦੇ ਨਾਲ ਲਿਖ ਕੇ ਦਰਸਾਉਂਦੇ ਹਾਂ, 1000 ਨੂੰ ਐਮ ਦੇ ਨਾਲ ਲਿਖ ਕੇ ਦਰਸਾਉਂਦੇ ਹਾਂ। ਇਹ ਸਾਡੀ ਕੀ ਆ, ਇਹ ਸਾਡੀ ਰੋਮਨ ਸੰਖਿਆ ਪ੍ਰਣਾਲੀ ਆ। ਇਸੇ ਤਰ੍ਹਾਂ ਪਰ ਜੇ ਅਸੀਂ ਗੱਲ ਕਰੀਏ ਕਿ ਜਿਵੇਂ ਸਾਡੇ ਕੋਲ 1, 2, 3, 4, 5, 6, 7, 8, 9 ਅਤੇ ਇਹਦੇ ਵਿੱਚ ਜੇ ਅਸੀਂ 0 ਵੀ ਐਡ ਕਰ ਲਈਏ ਤਾਂ ਇਹ ਸਾਡੇ ਕੋਲ 10 ਅੰਕ ਹਨ 0 ਤੋਂ ਲੈ ਕੇ 9 ਤੱਕ, ਜਿਹੜੇ ਕੀ ਹੈ ਕਿ ਸਾਡੇ ਹਿੰਦੂ ਅਰਬਿਕ ਸੰਖਿਆ ਪ੍ਰਣਾਲੀ ਦੇ ਅੰਕ ਹਨ। ਅਤੇ ਇਹਨਾਂ ਅੰਕਾਂ ਦੀ ਮਦਦ ਦੇ ਨਾਲ ਹੀ ਅਸੀਂ ਕੀ ਹੈ ਕਿ ਹਿੰਦੂ ਅਰਬਿਕ ਸੰਖਿਆ ਪ੍ਰਣਾਲੀ ਦੇ ਵਿੱਚ ਜਿਹੜੀਆਂ ਸੰਖਿਆਵਾਂ ਉਹ ਲਿਖਦੇ ਹਾਂ ਅਤੇ ਪੜ੍ਹਦੇ ਹਾਂ। ਮੰਨ ਲਓ ਹਿੰਦੂ ਅਰਬਿਕ ਸੰਖਿਆ ਪ੍ਰਣਾਲੀ ਦੇ ਵਿੱਚ ਅਸੀਂ ਜੇ 120 ਲਿਖਣਾ ਹੈ ਉਦਾਹਰਨ ਦੇ ਤੌਰ 'ਤੇ, ਤਾਂ ਅਸੀਂ ਸੈਂਕੜੇ ਦੇ ਸਥਾਨ 'ਤੇ 1, ਦਹਾਈ ਦੇ ਸਥਾਨ 'ਤੇ 2 ਅਤੇ ਇਕਾਈ ਦੇ ਸਥਾਨ 'ਤੇ 0 ਲਿਖਾਂਗੇ। ਮਤਲਬ ਕਿ ਅਸੀਂ ਇੱਥੇ ਇਹਨਾਂ ਦੇ ਸਥਾਨਕ ਮੁੱਲਾਂ ਦੀ ਜਿਹੜੀ ਕੀ ਆ ਉਹ ਗੱਲ ਕੀਤੀ ਆ। ਮਤਲਬ ਕਿ ਅਸੀਂ ਇੱਥੇ ਇਹਨਾਂ ਦੇ ਸਥਾਨਕ ਮੁੱਲਾਂ ਦੀ ਗੱਲ ਕਰਦੇ ਪਏ ਹਾਂ ਕਿ ਇੱਥੇ 1 ਦਾ ਸਥਾਨਕ ਮੁੱਲ 1 ਸੈਂਕੜਾ, 2 ਦਾ ਸਥਾਨਕ ਮੁੱਲ ਉਰੇ 2 ਦਹਾਈਆਂ ਅਤੇ 0 ਦਾ ਸਥਾਨਕ ਮੁੱਲ ਉਰੇ ਕੀ ਆ 0 ਇਕਾਈਆਂ। ਪਰ ਰੋਮਨ ਅੰਕ ਸੰਖਿਆ ਪ੍ਰਣਾਲੀ ਦੇ ਵਿੱਚ ਕੀ ਹੈ ਕਿ ਸਥਾਨਕ ਮੁੱਲਾਂ ਵਾਲਾ ਸਿਸਟਮ ਨਹੀਂ ਹੈ। ਰੋਮਨ ਅੰਕ ਸੰਖਿਆ ਦੇ ਵਿੱਚ ਸੰਖਿਆਵਾਂ ਨੂੰ ਲਿਖਣ ਦੇ ਉਸਦੇ ਆਪਣੇ ਨਿਯਮ ਹਨ। ਅਤੇ ਇੱਥੇ ਇੱਕ ਅਸੀਂ ਹੋਰ ਵੀ ਤੁਹਾਨੂੰ ਬੜੀ ਵਧੀਆ ਇੰਟਰਸਟਿੰਗ ਗੱਲ ਦੱਸ ਦਈਏ ਕਿ ਜਿਵੇਂ ਸਾਡੇ ਕੋਲ 0 ਤੋਂ ਲੈ ਕੇ 9 ਤੱਕ ਇੱਥੇ 10 ਅੰਕ ਹਨ, ਜਿਨ੍ਹਾਂ ਦੀ ਮਦਦ ਨਾਲ ਅਸੀਂ ਹਿੰਦੂ ਅਰਬਿਕ ਸੰਖਿਆ ਪ੍ਰਣਾਲੀ ਦੇ ਵਿੱਚ ਸੰਖਿਆਵਾਂ ਲਿਖਦੇ ਹਾਂ, ਜਿਨ੍ਹਾਂ ਦੇ ਵਿੱਚ 0 ਵੀ ਸ਼ਾਮਿਲ ਹੈ। ਪਰ ਰੋਮਨ ਅੰਕ ਸੰਖਿਆ ਪ੍ਰਣਾਲੀ ਦੇ ਵਿੱਚ 0 ਨੂੰ ਲਿਖਣ ਵਾਸਤੇ ਕੋਈ ਵੀ ਅੰਗਰੇਜ਼ੀ ਦਾ ਅਲਫਾਬੈਟ ਮੌਜੂਦ ਨਹੀਂ ਹੈ। ਮਤਲਬ ਕਿ 0 ਨੂੰ ਰੋਮਨ ਅੰਕਾਂ ਦੇ ਵਿੱਚ ਕਿਸੇ ਵੀ ਅੰਗਰੇਜ਼ੀ ਦੇ ਅਲਫਾਬੈਟ ਦੇ ਨਾਲ ਨਹੀਂ ਦਰਸਾਇਆ ਜਾਂਦਾ। ਹੁਣ ਮੰਨ ਲਓ ਜੇ ਅਸੀਂ ਰੋਮਨ ਅੰਕਾਂ ਦੇ ਵਿੱਚ ਅਸੀਂ ਲਿਖਣਾ ਵਾ 52 ਮਤਲਬ ਕਿ 52, ਤਾਂ ਅਸੀਂ ਕੀ ਲਿਖਾਂਗੇ, ਅਸੀਂ ਇੱਥੇ 50 ਨੂੰ ਕਿਹਦੇ ਨਾਲ ਲਿਖਦੇ ਹਾਂ, ਐਲ ਦੇ ਨਾਲ, ਅਸੀਂ ਐਲ ਲਿਖ ਲਿਆ। ਅਤੇ 2 ਨੂੰ ਅਸੀਂ ਕੀ ਲਿਖਦੇ ਹਾਂ ਉਰੇ 2 ਬਾਰ ਆਈ ਲਿਖ ਦਾਂਗੇ, ਮਤਲਬ ਕਿ 1 ਆਈ ਅਤੇ 2 ਆਈ, ਇਹ ਸਾਡਾ ਕੀ ਬਣ ਗਿਆ 52। ਇਸੇ ਤਰ੍ਹਾਂ ਮੰਨ ਲਓ ਜੇ ਅਸੀਂ ਲਿਖਣਾ ਵਾ 47, ਤਾਂ ਫਿਰ ਅਸੀਂ ਕੀ ਲਿਖਾਂਗੇ, ਮਤਲਬ ਕਿ ਪਹਿਲਾਂ ਲਿਖਾਂਗੇ ਅਸੀਂ 50, ਇਹਦੇ ਵਿੱਚ ਕੁਛ ਨਿਯਮ ਹਨ। ਅਸੀਂ ਲਿਖਦੇ ਹਾਂ 50 ਨੂੰ ਲਿਖਦੇ ਹਾਂ ਅਸੀਂ ਐਲ ਦੇ ਨਾਲ, ਅਤੇ ਜੇ ਅਸੀਂ ਇਸ ਦੇ ਲੈਫਟ ਸਾਈਡ 'ਤੇ
ਅਸੀਂ 10 ਘਟਾ ਦਈਏ ਮਤਲਬ ਕਿ x ਲਿਖ ਦਈਏ ਤਾਂ ਇਹਦਾ ਮਤਲਬ ਕੀ ਹੈ ਕਿ 50 ਦੇ ਵਿੱਚੋਂ 10 ਘਟ ਰਹੇ ਆ, ਸਾਡਾ ਬਣ ਗਿਆ 40 ਅਤੇ 7 ਨੂੰ ਅਸੀਂ ਲਿਖਦੇ ਹਾਂ 5 + 2 ਮਤਲਬ ਕਿ 5 ਹੋਊਗਾ ਸਾਡਾ 20 ਅਤੇ 7 ਹੋ ਗਿਆ ਸਾਡਾ, ਅਸੀਂ 2 ਵਾਰ i ਪਾ ਦਾਂਗੇ। ਇਹ ਮਤਲਬ ਕੀ ਹੋ ਗਿਆ ਸਾਡਾ ਆ 50 ਦੇ ਵਿੱਚੋਂ 10 ਘਟ ਗਏ 40 ਅਤੇ ਆ 5 45 ਦੇ ਵਿੱਚ 2 ਐਡ ਕੀਤੇ, ਸਾਡਾ ਕੀ ਬਣ ਗਿਆ ਇਹ 47 ਮਤਲਬ ਕਿ 47 ਰੋਮਨ ਅੰਕਾਂ ਦੇ ਵਿੱਚ ਅਸੀਂ ਲਿਖ ਲਿਆ। ਇਸੇ ਤਰ੍ਹਾਂ ਜੇ ਅਸੀਂ ਇਸ ਨੂੰ ਰੋਮਨ ਅੰਕਾਂ ਨੂੰ ਵਿਸਥਾਰ ਦੇ ਵਿੱਚ ਸਮਝਾਂਗੇ ਅਤੇ ਪੜ੍ਹਾਂਗੇ ਤਾਂ ਸਾਨੂੰ ਇਹਦੇ ਹੋਰ ਵੀ ਨਿਯਮ ਪਤਾ ਲੱਗਣਗੇ, ਜਿਹਦੇ ਨਾਲ ਕਿ ਅਸੀਂ ਹੋਰ ਵੀ ਸੰਖਿਆਵਾਂ ਜਿਹੜੀਆਂ ਰੋਮਨ ਅੰਕਾਂ ਦੇ ਵਿੱਚ ਲਿਖ ਸਕਦੇ ਹਾਂ।